ਤਾਂ ਮੋਗਾ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਅੱਜ ਹੀ ਪੁਲਿਸ ਨੇ ਸੁਲਝਾਇਆ। ਦੱਸਾਂਗੇ ਕਿਵੇਂ ਸਭ ਕੁਝ ਟਰੈਪ ਕੀਤਾ ਗਿਆ ਪੁਲਿਸ ਦੁਆਰਾ, ਕਿਵੇਂ ਇਹ ਮੁਲਜ਼ਮ ਫੜੇ ਗਏ ਨੇ। ਪਰ ਇਸ ਤੋਂ ਪਹਿਲਾਂ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ, ਮੋਗਾ ਤੋਂ ਬਾਅਦ ਸਿਰਸਾ ਦੇ ਵਿੱਚ ਵੀ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦਈਏ ਕਿ ਸਿਰਸਾ ਜ਼ਿਲ੍ਹੇ ਦੇ ਕਾਲਾਵਾਲੀ ਖੇਤਰ ਦੇ ਪਿੰਡ ਸਿੰਘਪੁਰਾ ਦੇ ਵਿੱਚ ਬਣੀ ਚੌਪਾਲ ਦੇ ਸ਼ੈੱਡ ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਅਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਨੌਜਵਾਨ ਅਤੇ नाबालग ने इस वीडियो ਨੂੰ ਬਣਾ ਕੇ ਅੰਜਾਮ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਸ਼ਰਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਚਾਰਾਂ ਨੇ ਹੀ ਪੰਜਾਬ ਦੇ ਮੋਗਾ ਦੇ ਵਿੱਚ ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਲਗਾਏ ਗਏ ਖਾਲਿਸਤਾਨੀ ਝੰਡੇ ਤੋਂ ਬਾਅਦ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਨਾਪਾਕ ਕੋਸ਼ਿਸ਼ ਨੂੰ ਅੰਜਾਮ ਦਿੱਤਾ। ਹੁਣ सिरसा ਦੇ ਵਿੱਚ ਇੱਕ ਚੌਪਾਲ ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ 4 ਨੌਜਵਾਨਾਂ ਨੂੰ, ਜਿਹਦੇ ਵਿੱਚ ਇੱਕ ਨਾਬਾਲਿਗ ਵੀ ਸ਼ਾਮਿਲ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ। ਤਾਂ ਇਸ ਦੀ ਜਾਣਕਾਰੀ EHAC ਗੁਰਦੀਪ ਸਿੰਘ ਨੇ ਦਿੱਤੀ ਹੈ। ਪਿੰਡ ਦੇ ਹੀ रुपिंदर उर्फ रिम ਅਤੇ युद्धवीर उर्फ जोनी ने झंडा लहराया तो उस तो बाद पुलिस ने 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ, ਮੋਗਾ ਤੋਂ ਬਾਅਦ ਸਿਰਸਾ ਦੇ ਵਿੱਚ ਵੀ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੁਆਰਾ। ਤਾਂ ਹੁਣ ਤੁਹਾਨੂੰ ਦੱਸ ਦਿਆਂ ਕਿ ਮੋਗਾ ਦੇ ਵਿੱਚ ਕਿਸ ਤਰ੍ਹਾਂ ਝੰਡਾ ਲਹਿਰਾਇਆ ਗਿਆ ਸੀ, ਉਸ ਤੋਂ ਬਾਅਦ ਕੌਣ ਪੁਲਿਸ ਦੇ ਅੜਿੱਕੇ ਦੇ ਵਿੱਚ ਆਇਆ ਤੇ ਸਾਰਾ ਟਰੈਪ ਪੁਲਿਸ ਵਾਲਿਆਂ ਨੇ ਕਿਵੇਂ ਕੀਤਾ। ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਮੋਗਾ ਦੇ ਡੀਸੀ ਦਫ਼ਤਰ ਦੀ ਉਸ ਖਬਰ ਦੇ ਵੱਲ, ਜਿੱਥੇ ਕਿ 15 ਅਗਸਤ ਤੋਂ ਪਹਿਲਾਂ ਯਾਨੀ ਕਿ 14 ਅਗਸਤ ਦੀ ਸ਼ਾਮ ਨੂੰ ਇੱਕ ਝੰਡਾ ਲਹਿਰਾਇਆ ਗਿਆ ਸੀ। ਖਾਲਿਸਤਾਨੀ ਝੰਡਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਖਾਲਿਸਤਾਨੀ ਝੰਡਾ ਉਤਾਰ ਕੇ ਸਾਡਾ ਤਿਰੰਗਾ ਦੇਸ਼ ਦੀ ਸ਼ਾਨ ਉੱਥੇ ਦੁਬਾਰਾ ਤੋਂ ਲਹਿਰਾ ਦਿੱਤਾ ਸੀ। ਤਾਂ ਮੋਗਾ ਦੇ ਡੀਸੀ ਦਫ਼ਤਰ ਦੀ ਛੱਤ ਤੇ ਝੰਡਾ ਲਹਿਰਾਇਆ ਗਿਆ ਸੀ। ਫਿਰੋਜ਼ਪੁਰ ਦੇ ਇਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੇ ਆਕਾਸ਼ਦੀਪ, ਜਿਹਦੀ ਉਮਰ 19 ਸਾਲ ਦੱਸੀ ਜਾ ਰਹੀ ਹੈ, ਜਸਪਾਲ ਸਿੰਘ ਮੋਗਾ ਦੇ ਰੋਲੀ ਪਿੰਡ ਦਾ ਅਤੇ ਇੰਦਰਜੀਤ ਸਿੰਘ ਗਿੱਲ ਇਹ ਵੀ ਮੋਗਾ ਦੇ ਰੋਲੀ ਪਿੰਡ ਦੇ ਨਾਲ ਹੀ ਸੰਬੰਧਿਤ ਹੈ। ਤਾਂ ਇਹ 3 ਵਿਅਕਤੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਮੋਗਾ ਦੇ ਵਿੱਚ ਡੀਸੀ ਦਫ਼ਤਰ ਤੇ ਝੰਡਾ ਲਹਿਰਾਇਆ ਸੀ। ਇਹਦੇ ਵਿੱਚੋਂ ਇੱਕ ਵਿਅਕਤੀ ਜਿਸ ਦਾ ਨਾਮ ਆਕਾਸ਼ਦੀਪ ਹੈ, ਉਸਨੇ ਇਹ ਸਾਰੀ ਵੀਡੀਓ ਬਣਾਈ ਸੀ ਤੇ ਉਸ ਤੋਂ ਬਾਅਦ ਅਪਲੋਡ ਕਰ ਦਿੱਤੀ ਸੀ। ਜੇਕਰ ਗੱਲ ਕੀਤੀ ਜਾਵੇ ਕਿ ਆਖਿਰਕਾਰ ਕਿਉਂ ਐਸੀ ਨਾਪਾਕ ਹਰਕਤ ਕੀਤੀ ਗਈ ਸੀ, ਤਾਂ ਇਹਦਾ ਸਿਰੇ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ SFJ ਦੇ ਮੁਖੀ ਤੋਂ ਪ੍ਰਭਾਵਿਤ ਹੋ ਕੇ, ਲਾਲਚਵਸ ਹੋ ਕੇ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਹਨਾਂ ਦਾ ਕਹਿਣਾ ਸੀ ਕਿ $1.25 ਲੱਖ ਦਾ ਲਾਲਚ ਸੀਗਾ ਇਹਨਾਂ ਦੇ ਮਨ ਦੇ ਵਿੱਚ, ਇਸ ਕਰਕੇ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਤਾਂ ਇਹਨਾਂ ਸਾਰੇ ਵਿਅਕਤੀਆਂ ਤੇ UAPA ਦੀਆਂ ਕੁਝ ਧਾਰਾਵਾਂ ਵੀ ਲਗਾਈਆਂ ਗਈਆਂ ਨੇ, ਕਿਉਂਕਿ ਇਹਨਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਇਹਨਾਂ 3 ਵਿਅਕਤੀਆਂ ਦੇ ਵਿੱਚ ਇੱਕ ਵਿਅਕਤੀ ਪੁਲਿਸ ਮੁਲਾਜ਼ਮ ਦਾ ਵੀ ਪੁੱਤਰ ਹੈ। ਜੀ ਹਾਂ, ਪੁਲਿਸ ਮੁਲਾਜ਼ਮ ਦਾ ਬੇਟਾ ਸ਼ਾਮਿਲ ਹੈ ਇਸ ਹਰਕਤ ਦੇ ਵਿੱਚ। ਫਿਰੋਜ਼ਪੁਰ ਦਾ ਆਕਾਸ਼ਦੀਪ, ਜਿਹਦੀ ਉਮਰ 19 ਸਾਲ ਹੈ, ਉਹਦੇ ਪਿਤਾ ਦਾ ਨਾਮ ਬਲਜਿੰਦਰ ਸਿੰਘ ਹੈ, ਜੋ ਕਿ ਸਾਧੂਵਾਲ ਦਾ ਰਹਿਣ ਵਾਲਾ ਹੈ। ਜਸਪਾਲ ਸਿੰਘ ਮੋਗਾ ਦੇ ਰੋਲੀ ਪਿੰਡ ਦਾ ਰਹਿਣ ਵਾਲਾ ਹੈ। ਇੰਦਰਜੀਤ ਸਿੰਘ ਗਿੱਲ ਵੀ ਮੋਗਾ ਦੇ ਪਿੰਡ ਰੋਲੀ ਦਾ ਹੀ ਰਹਿਣ ਵਾਲਾ ਹੈ, ਜਦੋਂ ਕਿ ਇਹ ਮੋਗਾ ਦੇ ਵਿੱਚ ਰਹਿਣ ਵਾਲੇ ਦੋਵੇਂ ਵਿਅਕਤੀ ਇਸ ਸਮੇਂ ਫਰਾਰ ਦੱਸੇ ਜਾ ਰਹੇ ਨੇ। ਪਰ ਪੁਲਿਸ ਨੇ ਆਕਾਸ਼ਦੀਪ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, 19 ਸਾਲਾ ਲੜਕਾ, 19 ਸਾਲਾ ਨੌਜਵਾਨ, ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਸ਼ਿਕੰਜੇ ਦੇ ਵਿੱਚ ਉਹ ਫਸ ਚੁੱਕਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਰਹਿੰਦੇ 2 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤਾਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ SSP ਦਾ, ਆਓ ਸੁਣ ਲੈਂਦੇ ਹਾਂ। ਅਗਸਤ ਨੂੰ DC ਆਫਿਸ ਮੋਗਾ ਤੇ ਜਿਹੜਾ ਨੈਸ਼ਨਲ ਫਲੈਗ ਦੀ ਬੇਅਦਬੀ ਕੀਤੀ ਗਈ ਸੀ ਤੇ ਇੱਕ ਕੇਸਰੀ ਰੰਗ ਦਾ ਫਲੈਗ ਜਿਹੜਾ ਉਹ DC ਦਫ਼ਤਰ ਦੇ ਰੂਪ ਟੌਪ ਤੇ ਚੜਾਇਆ ਗਿਆ ਸੀਗਾ। ਉਹਦੇ ਅਸੀਂ ਜਿਹੜੇ ਤਿੰਨੇ ਦੇ ਤਿੰਨੇ ਦੋਸ਼ੀ ਜਿਹੜੇ ਆ ਉਹ ਨਾਮਜ਼ਦ ਕਰ ਲਏ ਆ। ਇਹ ਆਕਾਸ਼ਦੀਪ ਸਿੰਘ, ਜਸਪਾਲ ਸਿੰਘ ਤੇ ਇੰਦਰਜੀਤ ਸਿੰਘ। ਜਸਪਾਲ ਤੇ ਇੰਦਰਜੀਤ ਸਿੰਘ ਰੌਲੀ ਪਿੰਡ ਦੇ ਮੋਗੇ ਜ਼ਿਲ੍ਹੇ ਦੇ, ਤੇ ਆਕਾਸ਼ਦੀਪ ਜਿਹੜਾ ਵਾ ਉਹ ਸਾਧੂਵਾਲਾ ਜ਼ਿਲ੍ਹੇ ਮੋਗੇ ਫਿਰੋਜ਼ਪੁਰ ਦਾ ਰਹਿਣ ਵਾਲਾ। ਇਹਨਾਂ ਚੋਂ ਜਿਹੜਾ ਆਕਾਸ਼ਦੀਪ ਆ, ਇਹਨੇ ਮੂਵੀ ਬਣਾਈ ਸੀਗੀ। ਜਦੋਂ ਇਹ ਸਾਰੇ ਜਿਹੜਾ ਘਟਨਾ ਨੂੰ ਜਿਹੜਾ ਅੰਜਾਮ ਦੇ ਰਹੇ ਸੀਗੇ, ਉਦੋਂ ਇਹਨੇ ਮੂਵੀ ਬਣਾਈ ਸੀ। ਇਹਨੂੰ ਜਿਹੜਾ ਆਕਾਸ਼ਦੀਪ ਆ, ਇਹਨੂੰ ਅਸੀਂ ਅਰੈਸਟ ਕਰ ਲਿਆ। ਤੇ ਦੂਸਰਾ ਜਿਹੜਾ ਜਸਪਾਲ ਤੇ ਇੰਦਰਜੀਤ ਸਿੰਘ, ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਬਹੁਤ ਜਲਦੀ ਹੋ ਜਾਣਗੀਆਂ। ਇਹ ਜਿਹੜਾ ਸਿੱਖ ਫॉर ਜਸਟਿਸ ਸੋ ਕਾਲਡ ਕੋਈ ਆਰਗੇਨਾਈਜੇਸ਼ਨ ਜੀ ਹੈਗੀ ਆ, ਉਹਦਾ ਜਿਹੜਾ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਵੀ 2.5 ਰੁਪਈਆ ਦਾਂਗੇ ਤੇ ਪੰਚਾਇਤ ਵਾਲੀ ਕਿਤੇ ਪੰਚਾਇਤ ਘਰ ਦੇ ਉੱਤੇ ਲਾਉਣ ਦਾ, ਜਾਂ $1.25 ਲੱਖ ਦੇ ਦਾਂਗੇ ਜਿਹੜਾ ਲਾਲ ਕਿਲ੍ਹੇ ਤੇ ਝੰਡਾ ਲਹਿਰਾਊਗਾ ਕੇਸਰੀ। ਸੋ ਇਹ ਉਹਨਾਂ ਦੇ ਬਹਿਕਾਵੇ 'ਚ ਆ ਕੇ ਇਹਨਾਂ ਨੇ ਉਹ ਪੈਸਿਆਂ ਦੀ ਲਾਲਚ ਖਾਤਰ ਇਹਨਾਂ ਨੇ ਕਾਰਵਾਈ ਕੀਤੀ ਹੈ। ਇਹ 22 23 ਸਾਲ ਦੇ ਬੱਚੇ ਆ। ਸੋ ਇਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਜਿਹੜਾ ਹੈਗਾ ਵਾ ਉਹ ਕੌਨਫੀਡੈਂਸ 'ਚ ਲੈ ਕੇ ਇਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ। ਔਰ ਇਹਦੇ ਨਾਲ ਜਿਹੜਾ ਹੈਗਾ ਸਾਫ਼
ਜ਼ਾਹਿਰ ਹੁੰਦਾ ਵੀ ਇਹੋ ਜਿਹੀਆਂ ਜਿਹੜੀਆਂ ਐਂਟੀ ਨੈਸ਼ਨਲ ਤਾਕਤਾਂ ਨੇ ਉਹ ਬਿਨਾਂ ਵਜ੍ਹਾ ਔਰ ਆਪਦੇ ਕੂੜ ਪ੍ਰਚਾਰ ਰਾਹੀਂ ਸਾਡੇ ਜਿਹੜੇ ਬੱਚੇ ਆ, ਸਾਡੇ ਜਿਹੜੇ ਇਨੋਸੈਂਟ ਬੱਚੇ ਆ, ਉਹਨਾਂ ਨੂੰ ਕਰਾਹੇ ਪਾ ਰਹੀਆਂ ਨੇ। ਔਰ ਮੈਂ ਅਪੀਲ ਕਰਦਾ ਸਾਰੇ ਯੰਗਸਟਰਸ ਨੂੰ ਵੀ ਉਹ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਲੂੰਬੜ ਚਾਲਾਂ ਦੇ ਵਿੱਚ ਜੇ ਪਿੱਛੇ ਨਾ ਲੱਗਣ। ਆਪਣੀ ਜ਼ਿੰਦਗੀ ਜਿਹੜਾ ਉਹਨੂੰ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਹੈ। ਔਰ ਸਾਰੇ ਯੰਗਸਟਰਸ ਨੂੰ ਚਾਹੀਦਾ ਵੀ ਇਹਨਾਂ ਨੂੰ ਬਿਲਕੁਲ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਜਾਂ ਇਹ ਚੀਜ਼ਾਂ ਵਾਇਰਲ ਹੁੰਦੀਆਂ। ਤਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੇ ਝੰਡਾ ਲਹਿਰਾਉਣ ਤੋਂ ਇੱਕ ਦਿਨ ਪਹਿਲਾਂ ਸਾਰੇ ਜਗ੍ਹਾ ਦਾ ਜਾਇਜ਼ਾ ਲਿਆ, ਪੂਰੀ ਰੇਕੀ ਕੀਤੀ। ਉਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮੋਗਾ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ। ਇਹਦੇ ਚਲਦੇ ਹੀ ਮੋਗਾ ਦੇ ਵਿੱਚ ASI ਨੂੰ ਸਸਪੈਂਡ ਕਰ ਦਿੱਤਾ ਗਿਆ। 3 ASI ਜੋ ਕਿ ਉਸ ਸਮੇਂ ਡਿਊਟੀ ਤੇ ਤੈਨਾਤ ਸੀ, ਉਹਨਾਂ ਦੇ ਬਾਵਜੂਦ ਝੰਡਾ ਆਖਿਰਕਾਰ ਕਿਵੇਂ ਲਹਿਰਾ ਦਿੱਤਾ ਗਿਆ ਅਤੇ ਇਹਨਾਂ ਨੇ ASI ਨੇ ਉਹਨਾਂ ਨੌਜਵਾਨਾਂ ਨੂੰ ਉੱਪਰ ਜਾਣ ਤੋਂ ਆਖਿਰਕਾਰ ਕਿਉਂ ਨਹੀਂ ਰੋਕਿਆ, ਸਾਰੇ ਸਵਾਲ ਚੁੱਕਦੇ ਹੋਏ 3 ASI ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਤਾਂ SSP ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਇਹ ਪਲਾਨ ਕੀਤਾ ਗਿਆ ਸੀ। 13 ਤਰੀਕ ਦੀ ਸ਼ਾਮ ਨੂੰ ਉਹਨਾਂ ਨੇ ਸਭ ਕੁਝ ਦੇਖਿਆ। ਉਸ ਤੋਂ ਬਾਅਦ ਚੈਟ ਹੁੰਦੀ ਰਹੀ ਆਪਸ ਦੇ ਵਿੱਚ ਇਹਨਾਂ ਤਿੰਨਾਂ ਮੁੰਡਿਆਂ ਦੇ ਵਿੱਚ। ਇਹ ਨੌਜਵਾਨ ਇੱਕ ਦੂਸਰੇ ਨੂੰ ਮੈਸੇਜ ਕਰਦੇ ਰਹੇ, ਲਗਾਤਾਰ ਫੋਨ ਤੇ ਵੀ ਬਣੇ ਹੋਏ ਸਨ। ਤੇ ਉਸ ਤੋਂ ਬਾਅਦ 14 ਅਗਸਤ ਨੂੰ 2 ਮੋਟਰਸਾਈਕਲਾਂ ਤੇ ਰੋਲੀ ਪਿੰਡ ਤੋਂ ਹੀ ਇਹ ਆਏ ਸਨ ਅਤੇ 8:15 ਵਜੇ ਦੇ ਕਰੀਬ ਮੋਗਾ ਦੇ ਡੀਸੀ ਦਫ਼ਤਰ ਤੇ ਝੰਡਾ ਲਹਿਰਾ ਦਿੱਤਾ ਗਿਆ। ਤਾਂ ਆਕਾਸ਼ਦੀਪ ਨਾਮ ਦੇ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ ਅਤੇ ਉਸ ਤੋਂ ਬਾਅਦ ਅਪਲੋਡ ਕਰ ਦਿੱਤੀ ਗਈ ਸੀ ਅਤੇ 2 ਵਿਅਕਤੀਆਂ ਨੇ ਝੰਡਾ ਲਹਿਰਾਇਆ ਸੀ ਖਾਲਿਸਤਾਨ ਦਾ। ਉਸ ਤੋਂ ਬਾਅਦ ਉਹ 2 ਵਿਅਕਤੀ ਫਰਾਰ ਦੱਸੇ ਜਾ ਰਹੇ ਨੇ, ਉਹਨਾਂ ਦਾ ਹਜੇ ਪਤਾ ਲਗਾਇਆ ਜਾ ਰਿਹਾ ਹੈ। ਤਾਂ ਇਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪਿੰਡ ਰੋਲੀ ਵਾਪਸ ਵੀ ਪਹੁੰਚੇ ਸੀ, ਇਹ ਖਬਰ ਵੀ ਆਈ ਹੈ। ਇਸ ਤੋਂ ਬਾਅਦ ਦੱਸ ਦਈਏ ਕਿ ਪੁਲਿਸ ਸਟੇਸ਼ਨ ਮੋਗਾ ਦੇ ਵਿੱਚ ਇਹ ਸਾਰਾ ਮਾਮਲਾ ਦਰਜ ਹੋਇਆ। SSP ਦਾ ਕਹਿਣਾ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸਭ ਕੁਝ ਬਿਆਨ ਕੀਤਾ ਹੁਣ ਲੋਕਾਂ ਦੇ ਸਾਹਮਣੇ ਆ ਕੇ ਦੱਸਿਆ। ਉਹਨਾਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ UAPA ਦੀਆਂ ਕੁਝ ਧਾਰਾਵਾਂ ਵੀ ਇਹਨਾਂ ਨੌਜਵਾਨਾਂ ਤੇ ਲਗਾਈਆਂ ਗਈਆਂ ਨੇ। ਤਾਂ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਸੀ ਇਹ ਪਹਿਲਾਂ ਤੋਂ ਹੀ, ਇਹ ਵੀ ਦੱਸਿਆ ਜਾ ਰਿਹਾ ਹੈ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਿ ਇਹਨਾਂ ਨੌਜਵਾਨਾਂ ਦਾ ਨਿੱਕੀਆਂ ਮੋਟੀਆਂ ਹੋਰ ਕੇਸਾਂ ਦੇ ਵਿੱਚ ਵੀ ਨਾਮ ਪਹਿਲਾਂ ਸਾਹਮਣੇ ਆ ਚੁੱਕਾ ਹੈ ਤੇ ਪੁਲਿਸ ਵਾਲੇ ਦਾ ਮੁੰਡਾ ਜਸਪਾਲ ਸਿੰਘ ਵੀ ਇਹਦੇ ਵਿੱਚ ਸ਼ਾਮਿਲ ਹੈ, ਜੋ ਕਿ ਇਸ ਸਮੇਂ ਵੀ ਫਰਾਰ ਦੱਸਿਆ ਜਾ ਰਿਹਾ ਹੈ। ਮੋਗਾ ਦੇ ਪਿੰਡ ਰੋਲੀ ਦਾ ਰਹਿਣ ਵਾਲਾ ਹੈ ਜਸਪਾਲ ਸਿੰਘ ਅਤੇ ਅਜੇ ਉਹ ਫਰਾਰ ਦੱਸਿਆ ਜਾ ਰਿਹਾ ਹੈ। ਜਸਪਾਲ ਸਿੰਘ ਇੱਕ ਪੁਲਿਸ ਵਾਲੇ ਦਾ ਮੁੰਡਾ ਹੈ। ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ, ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਗਿਆ। ਇਹਨਾਂ ਮੁਲਜ਼ਮਾਂ ਨੇ ਇੱਕ ਦਿਨ ਪਹਿਲਾਂ ਰੇਕੀ ਕੀਤੀ ਅਤੇ ਤਿੰਨੋਂ 5ਵੀਂ ਮੰਜ਼ਲ ਤੱਕ ਚੜ੍ਹ ਗਏ ਸਨ ਤੇ ਕਿਸੇ ਨੇ ਇਹਨਾਂ ਨੂੰ ਮਨਾ ਤੱਕ ਨਹੀਂ ਕੀਤਾ। ਲਾਪਰਵਾਹੀ ਨੂੰ ਵੇਖਦੇ ਹੋਏ 3 ASI ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਨੇ ਇਸ ਪੂਰੇ ਮਾਮਲੇ ਦਾ 1-2 ਦਿਨਾਂ ਬਾਅਦ ਖੁਲਾਸਾ ਕਰਨ ਦੀਆਂ ਵੀ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ। ਹਿਰਾਸਤ ਦੇ ਵਿੱਚ ਲਏ ਗਏ ਨੌਜਵਾਨਾਂ ਨੂੰ ਮੋਗਾ ਜ਼ਿਲ੍ਹੇ ਦੇ ਹੀ ਦੱਸਿਆ ਜਾ ਰਿਹਾ ਹੈ। ਅਧਿਕਾਰਿਕ ਪੁਸ਼ਟੀ ਕਰ ਦਿੱਤੀ ਗਈ ਹੈ SSP ਦੁਆਰਾ ਕਿ ਮੋਗਾ ਦੇ ਹੀ ਰਹਿਣ ਵਾਲੇ ਸੀ 2 ਵਿਅਕਤੀ, ਜਦੋਂ ਕਿ ਇੱਕ ਆਕਾਸ਼ਦੀਪ ਨਾਮ ਦਾ ਵਿਅਕਤੀ ਜਿਸ ਨੂੰ ਫੜ ਲਿਆ ਗਿਆ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤਾਂ ਇਹ ਸਾਰਾ ਮਾਮਲਾ 14 ਅਗਸਤ ਦੀ ਸਵੇਰ ਦਾ ਹੈ, ਜਦੋਂ 8:15 ਦੇ ਕਰੀਬ DC ਦਫ਼ਤਰ ਤੇ ਝੰਡਾ ਲਹਿਰਾ ਦਿੱਤਾ ਗਿਆ, ਪਰ ਇਹਨਾਂ ਨੂੰ ਰੋਕਿਆ ਨਹੀਂ ਗਿਆ ਸੀ, ਜਿਸ ਦੇ ਚਲਦੇ 3 ASI ਨੂੰ ਸਸਪੈਂਡ ਕਰ ਦਿੱਤਾ ਗਿਆ। ਤਾਂ ਇਹ ਸਾਰਾ ਮਾਮਲਾ ਤੇ ਇਸ ਸੰਬੰਧੀ ਜਦੋਂ ਕਾਫੀ ਹੋਰ ਪੁਲਿਸ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਰਾਜਨੀਤਿਕ ਨੇਤਾਵਾਂ ਨੇ ਵੀ ਖੁੱਲ੍ਹ ਕੇ ਆ ਕੇ ਸਾਹਮਣੇ ਹੋਰ ਕੀ ਕੁਝ ਕਿਹਾ ਹੈ, ਆਓ ਸੁਣ ਲੈਂਦੇ ਹਾਂ। ਇੱਕ ਝੰਡਾ ਜਿਹੜਾ ਹੈਗਾ ਸੋ ਕਾਲਡ ਜਿਸ ਤੇ ਖਾਲਿਸਤਾਨ ਛਪਿਆ ਹੋਇਆ ਸੀਗਾ ਔਰ ਖੰਡੇ ਦਾ ਛਾਪਾ ਲੱਗਿਆ ਹੋਇਆ ਸੀ ਤੇ ਇਹ ਟੈਰਿਸ ਤੇ ਲਗਾਇਆ ਗਿਆ ਔਰ ਬਾਅਦ ਵਿੱਚ ਜਾਂਦੇ ਹੋਏ ਉਹ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਨੇ ਜਾਂਦੇ ਹੋਏ ਨੈਸ਼ਨਲ ਫਲੈਗ ਉਤਾਰ ਕੇ ਤੇ ਉਹਦੀ ਬੇਅਦਬੀ ਕੀਤੀ ਹੈ। ਤੇ ਉਹ ਬੰਦੇ ਜਿਹੜੇ ਹੈ CCTV ਫੁਟੇਜ ਵਿੱਚ ਕੈਪਚਰ ਤਾਂ ਹੋ ਗਏ, ਲੇਕਿਨ ਮੈਨੂੰ ਇਸ ਗੱਲ ਦੀ ਪੂਰੀ ਭਰੋਸਾ ਹੈ ਕਿ ਪੁਲਿਸ ਉਹਨਾਂ ਨੂੰ ਛੇਤੀ ਅਰੈਸਟ ਕਰ ਲੇਗੀ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਅੰਡਰ ਦਾ ਪ੍ਰੀਵੈਂਸ਼ਨ ਆਫ ਇਨਸਲਟਸ ਟੂ ਦਾ ਨੈਸ਼ਨਲ ਆਨਰ ਐਕਟ ਤੇ ਅਸੀਂ ਛੇਤੀ ਹੀ ਉਹਨਾਂ ਨੂੰ ਫੜ ਲਵਾਂਗੇ। ਸੋ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ ਆਪਾਂ ਇਹਦੀ ਸਖਤ ਤੋਂ ਸਖਤ ਇਹਦਾ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਹੈਗਾ ਵੀ ਆਪਾਂ ਜਿਸ ਮੁਲਕ ਦਾ ਨਮਕ ਖਾਂਦੇ ਹਾਂ ਤੇ ਉਹਦੇ ਨਾਲ ਹੀ ਆਪਾਂ ਇਹ ਇੱਦਾਂ ਦੀਆਂ ਜਿਹੜੀਆਂ ਬੇਅਦਬੀਆਂ ਕਰ ਰਹੇ ਹਾਂ। ਜਿਹੜਾ ਅੱਜ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਹੈਗਾ ਮੋਗੇ ਦਾ, ਇਹਦੇ ਛੱਤ ਤੇ ਕੋਈ ਅੱਜ 2 ਸੀਗੇ ਨੌਜਵਾਨ, ਇੱਕ ਸਰਦਾਰ ਸੀ, ਇੱਕ ਮੋਨਾ ਸੀਗਾ ਔਰ ਇਹਨਾਂ ਨੇ ਕੋਈ ਕੇਸਰੀ ਰੰਗ ਦਾ ਝੰਡਾ ਸੀਗਾ ਜਿਹਦੇ ਥੱਲੇ ਖਾਲਿਸਤਾਨ ਜਿਹੜਾ ਮਤਲਬ ਪੇਂਟ ਦੇ ਨਾਲ ਲਿਖਿਆ ਹੋਇਆ ਸੀ। ਸੋ ਇਹ ਜਿਹੜਾ ਝੰਡਾ ਵਾ, ਜਿਹੜਾ ਨੋਰਮਲ ਖੰਡੇ ਵਾਲੇ ਝੰਡੇ ਆਪਾਂ ਨੂੰ ਜਿਹੜੇ ਆਪਾਂ ਹੋਲੇ ਮਹੱਲੇ ਜਾਂ ਹੋਰ ਮੇਲਿਆਂ ਮੂਲਿਆਂ ਦੇ ਲੋਕ ਜਾਂਦੇ ਆ, ਸੜਕਾਂ ਦੇ ਆਮ ਤੁਹਾਨੂੰ ਮਿਲਦੇ ਦਿਖਦੇ ਆ ਵੀ ਉੱਤੇ ਖੰਡਾ ਬਣਿਆ ਹੁੰਦਾ,
ਉਥੋਂ ਉਹ ਖਰੀਦ ਕੇ ਉਹਦੇ ਥੱਲੇ ਜਿਹੜਾ ਇਹ ਖਾਲਿਸਤਾਨ ਲਿਖਿਆ ਗਿਆ ਆਪਣੇ ਪੇਂਟ ਦੇ ਨਾਲ। ਸੋ ਇਹ ਜਿਹੜੇ ਅੱਜ ਕੱਲ੍ਹ ਚੱਲਣ ਡਿਆ ਵਾ ਪੰਨੂ ਪੁੰਨੂ ਵਾਲਾ, ਇਹਨੇ ਕਈ ਅਨਾਊਂਸਮੈਂਟਾਂ ਜਿਹੀਆਂ ਕੀਤੀਆਂ, ਕਿਸੇ ਨੂੰ $250, ਕਿਸੇ ਨੂੰ $2,500, ਕਿਸੇ ਨੂੰ $1,25,000। ਸੋ ਇਹ ਕਿਸੇ ਨੇ ਆ ਪੈਸਿਆਂ ਪੂਸਿਆਂ ਖਾਤਰ ਜਿਹੜਾ ਇਹਨੇ ਅਨਾਊਂਸਮੈਂਟਾਂ ਜਿਹੀਆਂ ਕੀਤੀਆਂ। ਉਸ ਚੱਕਰ ਦੇ ਵਿੱਚ 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ, ਜਦੋਂ ਕਿ ਸਵੇਰੇ ਡਿਸਟ੍ਰਿਕਟ ਕੰਪਲੈਕਸ ਆ, ਕੋਈ ਇੱਥੇ 25 ਤੋਂ 30 ਮਹਿਕਮੇ ਜਿਨ੍ਹਾਂ ਦੇ ਆਫਿਸਸ ਨੇ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਪਣੇ ਸਰਕਾਰੀ ਕੰਮਾਂ ਕਾਰਾਂ ਵਾਸਤੇ ਇਸ ਕੰਪਲੈਕਸ 'ਚ ਆਉਂਦੇ ਰਹਿੰਦੇ ਆ। ਸੋ ਇਹ ਜਿਹੜਾ ਹੈਗਾ ਵਾ, ਸਾਡੀਆਂ ਗਾਰਦਾਂ ਵਗੈਰਾ ਵੀ ਇੱਥੇ ਸਾਰੀਆਂ ਲੱਗੀਆਂ, ਬਟ ਇਹ ਇੱਕ ਪਬਲਿਕ ਆਫਿਸਿਸ ਹੋਣ ਦੇ ਨਾਤੇ ਕਈ ਤਰ੍ਹਾਂ ਦੇ, ਸੋ ਇੱਥੇ ਲੋਕਾਂ ਦਾ ਪਬਲਿਕ ਦਾ ਆਮ ਰੁਝਾਨ ਜਿਹੜਾ ਉਹ ਦਿਨੇ ਹੋ ਹੀ ਜਾਂਦਾ। ਸੋ ਅੱਜ ਵਰਕਿੰਗ ਡੇ ਸੀਗਾ। ਸੁਬਾਹ ਜਿਹੜਾ ਹੈਗਾ ਇਹ 7:15 ਵਜੇ ਦੇ ਕਰੀਬ ਇਹ ਬੰਦੇ, ਜਿੱਥੋਂ ਸਾਨੂੰ CCTV ਫੁਟੇਜ ਤੋਂ ਪਤਾ ਲੱਗ ਰਿਹਾ, ਇਹ ਦੋਵੇਂ ਜਿਹੜੇ ਨੌਜਵਾਨ ਆਏ ਸੀ ਉੱਤੇ ਛੱਤ 'ਤੇ ਗਏ, ਕਿਉਂਕਿ ਸਵੇਰੇ ਸਾਫ਼ ਸਫਾਈ ਵਾਲਿਆਂ ਨੇ ਸਾਰੇ ਦਰਵਾਜ਼ੇ ਖੋਲ੍ਹੇ ਹੁੰਦੇ ਆ, ਉਹਨਾਂ ਜਾ ਕੇ ਉੱਪਰ ਇਹ ਝੰਡਾ ਲਹਿਰਾਤਾ। ਜਾਣ ਲੱਗਿਆਂ ਵਾਪਸ ਇਹਨਾਂ ਨੇ ਜਿਹੜਾ ਨੈਸ਼ਨਲ ਫਲੈਗ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ, ਉਹਨੂੰ ਇਹਨਾਂ ਨੇ ਛੁਰੀ ਦੇ ਨਾਲ ਉਹਦੀ ਜਿਹੜੀ ਹੈਗੀ ਆ ਉਹ ਰੱਸੀ ਕੱਟਤੀ, ਤੇ ਉਹ ਫਲੈਗ ਨੈਚੁਰਲ ਥੱਲੇ ਡਿੱਗ ਗਿਆ। ਸੋ ਇਹਨਾਂ ਜਿਹੜੇ ਆਪਣੇ ਸੋ ਕਾਲਡ ਆਪਣੇ ਆਪ ਨੂੰ ਸਮਝਦੇ ਵੀ ਸ਼ਾਇਦ ਖਾਲਿਸਤਾਨ ਨੂੰ ਇੱਦਾਂ ਪ੍ਰਪੋਰਟ ਕਰ ਲਾਂਗੇ, ਕੋਈ ਇਹ ਬੜੀ ਇੱਕ ਘਿਨਾਉਣੀ ਜੀ ਹਰਕਤ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਬਾਕੀ ਅਸੀਂ ਸਾਰੇ ਜਿਹੜੀ ਹੈਗੇ ਇਸ ਵਰਕਆਊਟ ਕਰ ਰਹੇ ਹਾਂ, ਇਹਨਾਂ ਨੂੰ ਜਲਦੀ ਫੜ ਲਾਂਗੇ। ਇਸ ਦਾ ਕੁੱਲ ਕਿੰਨੇ ਬੰਦੇ ਸੀ? ਦਾ ਦਿਵਸ ਕੱਲ 15 ਅਗਸਤ ਐਡਾ ਵੱਡਾ ਹਾਦਸਾ ਜਿਹੜਾ ਵਾਪਰਿਆ ਉੱਥੇ, ਕਿੱਥੇ? ਜਿੱਥੇ DC ਬੈਠਦਾ, ਜਿੱਥੇ SSP ਬੈਠਦਾ, ਜਿੱਥੇ ਸਾਰੇ ਅਫਸਰ ਬੈਠਦੇ ਆ, ਮਿਨੀ ਸੈਕਟਰੀਏਟ। ਦੇਸ਼ ਦਾ ਝੰਡਾ ਜਿਹਦੇ ਵਾਸਤੇ ਸ਼ਹੀਦ ਆਜ਼ਮਾਂ ਨੇ, ਭਗਤ ਸਿੰਘ ਜੀ ਨੇ ਕੁਰਬਾਨੀ ਦਿੱਤੀ, ਸ਼ਹੀਦ ਊਧਮ ਸਿੰਘ ਜੀ ਨੇ ਕੁਰਬਾਨੀ ਦਿੱਤੀ, ਉਹ ਝੰਡੇ ਨੂੰ ਤਾਂ ਲਾਤਾ ਤੇ ਦੂਜਾ ਝੰਡਾ ਚੜਾ ਗਏ। ਤੇ SSP ਕਿਹੜਾ ਲੱਗਿਆ ਸੀ ਉੱਥੇ? ਜਿਹੜਾ ਮੈਂਬਰ ਪਾਰਲੀਮੈਂਟ ਹੈ ਤਰਨਤਾਰਨ ਤੋਂ, ਡਿੰਪਾ ਕਾਂਗਰਸ ਦਾ, ਉਹਦਾ ਭਰਾ ਹਰਵਨਵੀਰ ਉੱਥੇ SSP ਲੱਗਿਆ। ਹੁਣ ਹੋਣਾ ਕੀ ਹੈ? ਉਹਨੂੰ ਪ੍ਰੈਸ ਵਾਲੇ ਵੀਰ ਪੁੱਛਦੇ ਸੀ, ਮੈਂ ਜਦੋਂ ਮੁੜ ਫੋਨ ਲਾਉਂਦਾ ਸੀ ਨਾ ਇੱਥੇ ਕੰਨ ਤੇ, ਕਿਸੇ ਹੋਰ ਨਾਲ ਨਹੀਂ ਮੈਂ ਗੱਲ ਕਰਦਾ ਸੀ, ਉਹਦੀ ਗੱਲ ਸੁਣਦਾ ਸੀ। ਕੀ ਕਹਿੰਦਾ SSP? ਕਹਿੰਦਾ ਕਿਉਂ? ਕਹਿੰਦਾ ਇਹ ਤਾਂ ਬੜੀ ਮਾਮੂਲੀ ਗੱਲ ਹੋਈ, ਐਡਾ ਵੱਡਾ ਮਸਲਾ ਨਹੀਂ। ਝੰਡਾ ਸਾਡੇ ਦੇਸ਼ ਦਾ, ਜਿਹਦੇ ਵਾਸਤੇ ਵੱਡਮੁੱਲੀਆਂ ਕੁਰਬਾਨੀਆਂ ਹੋਈਆਂ, ਉਹ ਝੰਡੇ ਨੂੰ ਲਾ ਕੇ ਸਿਰ ਦੇ ਨਾਲ ਝੰਡਾ ਲੈ ਜਾਣਾ, ਝੰਡਾ ਲੀਰੋ ਲੀਰ ਕਰ ਦੇਣਾ। ਔਰ SSP ਦੇ ਬਿਆਨ ਹੋਣੇ ਕਿ ਤਾਂ DC ਦਫ਼ਤਰ ਦੇ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਇਹਨਾਂ ਨੌਜਵਾਨਾਂ ਦੁਆਰਾ ਇਹ ਸਾਰੀ ਵੀਡੀਓ ਬਣਾਈ ਗਈ ਤੇ ਉਸ ਤੋਂ ਬਾਅਦ ਕੈਨੇਡਾ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ। ਦੇਸ਼ਦਰੋਹ ਦੇ ਇਸ ਮਾਮਲੇ ਨੂੰ SSP ਹਰਮਨਬੀਰ ਸਿੰਘ ਗਿੱਲ ਨੇ ਗੰਭੀਰਤਾ ਨਾਲ ਲਿਆ ਸੀ ਅਤੇ ਉਹਨਾਂ ਨੇ CCTV ਕੈਮਰੇ ਵੇਖਣ ਤੋਂ ਬਾਅਦ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਉਸ ਤੋਂ ਬਾਅਦ ਇਸ ਸਾਰੀ ਗੱਲ ਨੂੰ, ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਇੱਕ ਵਿਅਕਤੀ ਨੂੰ ਫੜ ਲਿਆ ਗਿਆ, ਜਦੋਂ ਕਿ 2 ਵਿਅਕਤੀ ਫਰਾਰ ਦੱਸੇ ਜਾ ਰਹੇ ਨੇ। ਤਾਂ ਜੇਕਰ ਇਹਦੇ ਮਕਸਦ ਦੀ ਗੱਲ ਕੀਤੀ ਜਾਵੇ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਲਾਲਚਵਸ ਹੋ ਕੇ SFJ ਦੇ ਬਹਿਕਾਵੇ ਦੇ ਵਿੱਚ ਆ ਕੇ ਇਹਨਾਂ ਨੌਜਵਾਨਾਂ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਤੇ ਇਸ ਤੋਂ ਬਾਅਦ ਜਿਹੜਾ ਕਿਹਾ ਜਾ ਰਿਹਾ ਸੀ ਕਿ $1.25 ਲੱਖ ਦਾ ਇਨਾਮ ਦਿੱਤਾ ਜਾਣਾ, ਉਸ ਲਾਲਚ ਦੇ ਵਿੱਚ ਆ ਕੇ ਵੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹਾਜ਼ਰ ਹੋਵਾਂਗੇ ਨਵੀਂ ਖਬਰ ਦੇ ਨਾਲ। ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ TV। ਮੈਨੂੰ ਦਿਓ ਇਜਾਜ਼ਤ। ਧੰਨਵਾਦ।